ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੀਨ ਆਫ ਆਫਟਰ ਡੈਥ ਇਸ ਸਰਲੇਖ ਦੇ ਤਹਿਤ ਇੱਕ ਐਸੀ ਘਟਨਾ ਦਾ ਵਰਣਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ, ਜਿਹਦੇ ਵਿੱਚ ਇੱਕ ਸ਼ਖਸ ਜਿਹੜੇ ਸੀਗੇ ਜਦੋਂ ਚੜ੍ਹਾਈ ਕਰ ਗਏ ਸੀਗੇ, ਉਸ ਚੜ੍ਹਾਈ ਕਰਨ ਤੋਂ ਬਾਅਦ ਜਦੋਂ ਧਰਮਰਾਜ ਦੀ ਕਚਹਿਰੀ ਪਹੁੰਚੇ ਸੀਗੇ, ਸੋ ਕਿਵੇਂ ਉਹਨਾਂ ਦੀ ਉਮਰ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਵਾਪਸ ਫਿਰ ਦੁਬਾਰਾ ਧਰਤੀ 'ਤੇ ਭੇਜ ਦਿੱਤਾ ਗਿਆ ਸੀਗਾ। ਦੇਖੋ, ਵੈਸੇ ਤਾਂ ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਇਨਸਾਨ ਦੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਆ, ਪਰ ਇੱਕ ਵੀ ਸਵਾਸ ਦੇ ਬਦਲੇ ਮਹਾਂਪੁਰਖ ਕਹਿੰਦੇ ਆ ਕਿ ਉਹਦੇ ਪਾਸ ਜਿੰਨਾ ਮਰਜ਼ੀ ਪੈਸਾ ਹੋਵੇ, ਵੀ ਚਾਹੇ ਹਜ਼ਾਰਾਂ 'ਚ, ਲੱਖਾਂ 'ਚ, ਕਰੋੜਾਂ 'ਚ, ਅਰਬਾਂ ਖਰਬਾਂ ਵਿੱਚ ਵੀ ਹੋਵੇ, ਤਾਂ ਇੱਕ ਵੀ ਸਵਾਸ ਦੁਬਾਰਾ ਨਹੀਂ ਦਿੱਤਾ ਜਾਂਦਾ। ਪਰ ਇੱਥੇ ਉਹ ਸੱਜਣ ਜਿਨ੍ਹਾਂ ਦੇ ਸਵਾਸ ਵੀ ਪੂਰੇ ਹੋ ਗਏ ਸੀ, ਪਰ ਕਿਵੇਂ ਧਰਮਰਾਜ ਨੇ ਉਹਨਾਂ 'ਤੇ ਤਰਸ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਸੀਗਾ ਇਸ ਸੰਸਾਰ ਦੇ ਵਿੱਚ ਭੇਜ ਦਿੱਤਾ ਸੀਗਾ। ਸੋ ਇਹ ਜਿਹੜੀ ਘਟਨਾ ਹੈਗੀ ਆ, ਇਹਦੇ ਵਿੱਚ ਇੱਕ ਸੱਜਣ ਦੱਸਦੇ ਸੀ ਕਿ ਇਹ ਜਿਹੜੇ ਸੱਜਣ ਦੁਬਾਰਾ ਜਿੰਦੇ ਹੋਏ ਸੀ, ਅਸਲ ਦੇ ਵਿੱਚ ਕਹਿੰਦੇ ਸਾਡੇ ਗਵਾਂਢ ਰਹਿੰਦੇ ਸੀ ਅਤੇ ਅਸੀਂ ਉਹਨਾਂ ਨੂੰ ਪ੍ਰੇਮ ਕਰਕੇ ਚਾਚਾ ਜੀ ਕਹਿੰਦੇ ਹੁੰਦੇ ਸੀਗੇ। ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਚਾਚਾ ਜੀ ਆਖਦੇ ਹੁੰਦੇ ਸੀਗੇ ਅਤੇ ਉਹਨਾਂ ਦਾ ਜਿਹੜਾ ਸੀਗਾ ਮਾਣ ਸਨਮਾਨ ਕਹਿੰਦੇ ਵੀ ਸਾਡੇ ਜ਼ਿਆਦਾ ਸੀਗਾ, ਕਿਉਂਕਿ ਉਹ ਬੜੇ ਪਰਉਪਕਾਰੀ ਸੱਜਣ ਸੀਗੇ, ਬੜੇ ਵਧੀਆ ਕੰਮ ਉਹਨਾਂ ਨੇ ਕੀਤੇ ਹੁੰਦੇ ਸੀ। ਇਸ ਕਰਕੇ ਉਹਨਾਂ ਦੀ ਜਿਹੜੀ ਸਲਾਹੁਣਤਾ ਸੀਗੀ ਹੈ ਨਾ, ਕਹਿੰਦੇ ਉਹ ਆਮ ਘਰਾਂ ਦੇ ਵਿੱਚ ਹੁੰਦੀ ਸੀ ਵੀ ਸੱਜਣ ਵਧੀਆ ਹੈਗੇ, ਬੜੇ ਪਰਉਪਕਾਰ ਦਾ ਕੰਮ ਕਰਦੇ, ਸਾਰਿਆਂ ਦਾ ਖਿਆਲ ਰੱਖਦੇ ਆ। ਜਦੋਂ ਕਹਿੰਦੇ ਵੀ ਉਹਨਾਂ ਦੀ ਮੌਤ ਹੋਈ ਹੈ ਨਾ, ਅਤੇ ਉਸ ਟਾਈਮ ਕਹਿੰਦੇ ਵੀ ਬੜਾ ਦੁੱਖ ਹੋਇਆ ਇਲਾਕੇ ਦੇ ਵਿੱਚ, ਬੜਾ ਸਨਾਟਾ ਹੋਵੇ, ਇੰਨੇ ਵਧੀਆ ਸੱਜਣ ਸੀਗੇ ਅਤੇ ਇਹ ਸੰਸਾਰ ਤੋਂ ਚਲੇ ਗਏ ਆ। ਅਤੇ ਇਸ ਦੁੱਖ ਦੇ ਵਿੱਚ ਕਹਿੰਦੇ ਵੀ ਅਸੀਂ ਇਹ ਵੀ ਜਿਹੜਾ ਸੀਗਾ ਮਹਿਸੂਸ ਕੀਤਾ ਵੀ ਸਾਡਾ ਜਿਹੜਾ ਮੁਹੱਲਾ ਹੈਗਾ ਇਹਨੂੰ ਬੜਾ ਘਾਟਾ ਪੈ ਗਿਆ ਹੈਗਾ। ਖੈਰ ਕਹਿੰਦੇ ਉਸ ਤੋਂ ਬਾਅਦ ਜਦ ਫਿਰ ਉਹਨਾਂ ਦਾ ਕਿਰਿਆਕਰਮ ਕਰਨਾ ਸੀਗਾ, ਉਹਨਾਂ ਦੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਸਾਡਾ ਵੀ ਜਿਹੜਾ ਸੀਗਾ ਸਾਰਾ ਮੁਹੱਲਾ ਇਕੱਠਾ ਹੋਇਆ ਅਤੇ ਉਹਨਾਂ ਦੇ ਜਦੋਂ ਸੰਸਕਾਰ 'ਤੇ ਪਹੁੰਚੇ ਆ, ਅਤੇ ਉਸ ਟਾਈਮ ਫਿਰ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਉਹ ਪੂਰੀਆਂ ਕੀਤੀਆਂ ਗਈਆਂ। ਉਹਦੇ ਵਿੱਚ ਫਿਰ ਕਹਿੰਦੇ ਵੀ ਉਹਨਾਂ ਨੂੰ ਜਦ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਅਤੇ ਜਦ ਕਹਿੰਦੇ ਵੀ ਬੜੀਆ ਸੁੰਦਰ ਢੰਗ ਦੇ ਨਾਲ ਕਹਿੰਦੇ ਵੀ ਜਦੋਂ ਉਹ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦੀ ਸੀੜੀ ਲੈ ਕੇ ਗਏ ਆ, ਅਤੇ ਰਸਤੇ ਦੇ ਵਿੱਚ ਕਹਿੰਦੇ ਵੀ ਜਦੋਂ ਸ਼ਮਸ਼ਾਨ ਘਾਟ ਦੇ ਲਾਗੇ ਪਹੁੰਚੇ ਉਹਨਾਂ ਸਮਿਆਂ ਦੇ ਵਿੱਚ, ਅਤੇ ਇੱਕ ਜਗ੍ਹਾ ਕਹਿੰਦੇ ਜਦੋਂ ਸੀੜੀ ਆਪਾਂ ਟਿਕਾ ਦਿੰਦੇ ਹਾਂ, ਸੀੜੀ ਟਿਕਾਉਣ ਤੋਂ ਬਾਅਦ ਫਿਰ ਪਾਣੀ ਦਾ ਘੜਾ ਜਿਹੜਾ ਜਲਦਾ ਹੈਗਾ, ਇਹ ਜਿਹੜੀ ਰਸਮ ਹੁੰਦੀ ਇਹਨੂੰ ਪੂਰਾ ਕਰਦੇ ਹਾਂ। ਜਦੋਂ ਕਹਿੰਦੇ ਵੀ ਉਹਨਾਂ ਦੇ ਵੱਡੇ ਲੜਕੇ ਨੇ ਉਹ ਜਲ ਦਾ ਘੜਾ ਜਿਹੜਾ ਸੀਗਾ ਉਹਨਾਂ ਦੇ ਆਲੇ ਦੁਆਲੇ ਪਾਣੀ ਡੋਲ ਕੇ ਜਦ ਉਹਨਾਂ ਦੇ ਸਿਰ ਦੇ ਕੋਲ ਦੀ ਜ਼ੋਰ ਨਾਲ ਭੰਨਿਆ, ਤਾਂ ਉਸ ਟਾਈਮ ਕਹਿੰਦੇ ਸੀੜੀ ਦੇ ਵਿੱਚੋਂ ਜਿੱਥੇ ਉਹ ਉਹਨਾਂ ਦੀ ਬੋਡੀ ਜਿਹੜੀ ਪਈ ਹੋਈ ਸੀ ਉਹਦੇ ਵਿੱਚ ਹਰਕਤ ਆ ਗਈ। ਜਦ ਕਹਿੰਦੇ ਹਰਕਤ ਆਈ, ਕੱਪੜਾ ਜਿਹੜਾ ਸੀ ਹਿੱਲਣ ਲੱਗ ਪਿਆ, ਜਿਹਨੂੰ ਦੇਖ ਕੇ ਕਈ ਸੱਜਣਾਂ ਦੀ ਨਜ਼ਰ ਪੈ ਗਈ ਵੀ ਇਹ ਤਾਂ ਲੱਗਦਾ ਹੈਗਾ ਵੀ ਜਿਵੇਂ ਕੋਈ ਇਸ ਕੱਪੜੇ ਦੇ ਅੰਦਰ ਇਹਨਾਂ ਦੀ ਬੋਡੀ ਜਿਹੜੀ ਉਹ ਹਰਕਤ ਵਿੱਚ ਆ ਗਈ ਆ। ਉਸ ਤੋਂ ਬਾਅਦ ਕਹਿੰਦੇ ਵੀ ਉੱਥੋਂ ਉਹਨਾਂ ਦੇ ਚਾਚਾ ਜੀ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮੈਨੂੰ ਛੇਤੀ ਖੋਲ੍ਹੋ, ਛੇਤੀ ਖੋਲ੍ਹੋ, ਮੇਰਾ ਸਾਹ ਘੁੱਟਦਾ ਜਾ ਰਿਹਾ ਹੈਗਾ, ਮੈਨੂੰ ਤੁਸੀਂ ਇਸ ਤਰ੍ਹਾਂ ਕੱਪੜੇ 'ਚ ਕਿਉਂ ਬੰਨ੍ਹਿਆ ਹੈਗਾ। ਜਦੋਂ ਕਹਿੰਦੇ ਵੀ ਉਹਨਾਂ ਨੇ ਹੈ ਨਾ ਇਸ ਤਰ੍ਹਾਂ ਬੋਲਿਆ ਸੀਗਾ, ਜਿਹਨੂੰ ਦੇਖ ਕੇ ਜਿੰਨੇ ਵੀ ਸੱਜਣ ਗਏ ਸੀ ਕਿ ਕਾਫੀ ਤਾਂ ਕਹਿੰਦੇ ਡਰ ਗਏ ਸੀ, ਕਈ ਤਾਂ ਕਹਿੰਦੇ ਭੱਜ ਹੀ ਗਏ ਸੀ, ਪਰ ਉਹਨਾਂ ਦਾ ਲੜਕਾ ਦਲੇਰ ਸੀ, ਉਹ ਨਹੀਂ ਭੱਜਿਆ। ਖੈਰ ਕਹਿੰਦੇ ਕੁਛ ਸੱਜਣਾਂ ਨੇ ਜਿਗਰਾ ਕੀਤਾ, ਜਦ ਉਹ ਕਫਨ ਵਾਲਾ ਕੱਪੜਾ ਉਹਨਾਂ ਦੀ ਸੀੜੀ ਦੇ ਦੁਆਲੇ ਜਿਹੜੇ ਲਪੇਟਿਆ ਸੀਗਾ ਜਦ ਖੋਲ੍ਹਿਆ, ਅਤੇ ਕਹਿੰਦੇ ਉਹ ਜਿਹੜੇ ਸੱਜਣ ਸੀਗੇ ਉਹ ਉੱਠ ਕੇ ਬੈਠ ਗਏ। ਜਦ ਬੈਠ ਗਏ ਤਾਂ ਉਹਨਾਂ ਨੂੰ ਦੁਬਾਰਾ ਜਿੰਦਾ ਹੋਇਆ ਦੇਖ ਕੇ ਕਹਿੰਦੇ ਸਾਰੇ ਸੱਜਣ ਹੈਰਾਨ ਰਹਿ ਗਏ। ਜਦ ਹੈਰਾਨ ਰਹਿ ਗਏ ਫਿਰ ਕਹਿੰਦੇ ਉਹ ਚਾਚਾ ਜੀ ਕਹਿਣ ਲੱਗੇ ਵੀ ਤੁਸੀਂ ਮੈਨੂੰ ਇਸ ਜਗ੍ਹਾ ਕਾਹਤੇ ਲੈ ਕੇ ਆਏ ਆ। ਜਦੋਂ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਵੀ ਕੁਛ ਟਾਈਮ ਤਾਂ ਉਹਨੂੰ ਕਹਿਤਾ ਵੀ ਕੋਈ ਗੱਲ ਨਹੀਂ, ਪਰ ਅਖੀਰ ਕਹਿਣ ਲੱਗੇ ਕੋਈ ਗੱਲ ਤਾਂ ਜ਼ਰੂਰ ਹੈਗੀ ਆ ਵੀ ਤੁਸੀਂ ਮੈਨੂੰ ਸ਼ਮਸ਼ਾਨ ਘਾਟ ਕਾਹਤੇ ਲੈ ਕੇ ਆਏ ਆ। ਫਿਰ ਕਹਿੰਦੇ ਵੀ ਇੱਕ ਸੱਜਣ ਅੱਗੇ ਹੋ ਕੇ ਦੱਸਿਆ ਸੀਗਾ ਵੀ ਦਰਅਸਲ ਗੱਲ ਇਹ ਸੀ ਕਿ ਤੁਸੀਂ ਸਾਡੀਆਂ ਨਜ਼ਰਾਂ 'ਚ ਮਰ ਗਏ ਸੀ, ਤਾਂ ਅਸੀਂ ਡਾਕਟਰੀ ਮਾਨਾ ਕਰਕੇ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਤੁਹਾਡੀਆਂ ਸਾਰੀਆਂ ਜਿਹੜੀਆਂ ਸਰੀਰ ਦੀਆਂ ਸੰਸਕਾਰ ਕਰਨ ਦੀਆਂ ਕਿਰਿਆਵਾਂ ਸੀ ਪੂਰੀਆਂ ਕਰਕੇ ਤੁਹਾਨੂੰ ਸ਼ਮਸ਼ਾਨ ਘਾਟ ਲੈ ਕੇ ਆਏ ਆ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਕਹਿੰਦੇ ਜਿਹੜੇ ਚਾਚਾ ਸੀ ਫਿਰ ਕੁਛ ਟਾਈਮ ਚੁੱਪ ਕਰ ਗਏ। ਚੁੱਪ ਕਰਨ ਤੋਂ ਬਾਅਦ ਕਹਿੰਦੇ ਹੱਸ ਪਏ, ਕਹਿਣ ਲੱਗੇ ਵੀ ਠੀਕ ਆ, ਕਹਿੰਦੇ ਵੀ ਹੁਣ ਜਿਹੜਾ ਹੈ ਮੈਂ ਨਹੀਂ ਮਰਦਾ ਹੈਗਾ, ਹੁਣ ਤੁਸੀਂ ਮੈਨੂੰ ਘਰ ਲੈ ਚਲੋ। ਉਸ ਤੋਂ ਬਾਅਦ ਕਹਿੰਦੇ ਫਿਰ ਜਦ ਉਹ ਉੱਠੇ ਸੀਗੇ, ਉੱਠਣ ਤੋਂ ਬਾਅਦ ਕਹਿੰਦੇ ਫਿਰ ਤੁਰ ਕੇ ਘਰ ਗਏ ਆ। ਦੇਖੋ ਸ਼ਮਸ਼ਾਨ ਘਾਟ ਸੀੜੀ 'ਚ ਗਏ ਆ ਤਾਂ ਉੱਥੋਂ ਜਿੰਦਾ ਹੋ ਕੇ ਵਾਪਸ ਤੁਰ ਕੇ ਜਦ ਘਰ ਗਏ ਆ, ਘਰ ਜਾ ਕੇ ਕਹਿੰਦੇ ਸਾਰੇ ਸੱਜਣ ਜਿਹੜੇ ਸੀ ਉਹਨਾਂ ਦਾ ਘਰ ਭਰ ਗਿਆ, ਸਾਰੇ ਲੋਕ ਉਹਨਾਂ ਕੋਲ ਇਕੱਠੇ ਹੋ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਤੁਹਾਡੇ ਨਾਲ ਕੀ ਗੱਲ ਹੋਈ ਸੀ। ਫਿਰ ਉਹ ਕਹਿਣ ਲੱਗੇ ਕਿ ਮੇਰੇ ਨਾਲ ਕੋਈ ਗੱਲ ਨਹੀਂ ਹੋਈ, ਮੈਨੂੰ ਕੁਛ ਨਹੀਂ ਪਤਾ ਹੈਗਾ, ਬਸ ਮੈਨੂੰ ਇੰਨਾ ਹੀ ਪਤਾ ਹੈਗਾ ਕਿ ਮੈਂ ਦੁਬਾਰਾ ਜਿਹੜਾ ਸੀਗਾ ਸਰੀਰ ਦੇ ਵਿੱਚ ਮੇਰੀ ਰੂਹ ਆ ਗਈ ਸੀ, ਅਤੇ ਇਹ ਸਾਰਾ ਕੁਛ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਸੁਪਨੇ ਦੀ ਤਰ੍ਹਾਂ ਹੋਵੇ, ਅਤੇ ਮੈਂ ਦੁਬਾਰਾ ਜਿੰਦਾ ਹੋ ਗਿਆ। ਕਹਿੰਦੇ ਇੰਨੀ ਗੱਲ ਉਹਨਾਂ ਨੇ ਕਹੀ ਸੀ। ਕਹਿਣ ਤੋਂ ਬਾਅਦ ਸਾਰੇ ਜਿਹੜੇ ਰਿਸ਼ਤੇਦਾਰ ਸੀ ਅਤੇ ਦੂਸਰੇ ਸੀ ਕਹਿੰਦੇ ਉਹ ਆਪੋ ਆਪਣੇ ਘਰਾਂ ਨੂੰ ਚੱਲ ਗਏ ਸੀਗੇ। ਖੈਰ ਕਹਿੰਦੇ ਜਦ ਰਾਤ ਹੋਈ ਹੈ ਨਾ, ਫਿਰ ਕਹਿੰਦੇ ਵੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ ਕਿ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਮੇਰੇ ਨਾਲ ਕੀ ਘਟਨਾ ਵਾਪਰੀ ਆ। ਉਸ ਤੋਂ ਬਾਅਦ ਕਹਿੰਦੇ ਵੀ ਉਹ ਚਾਚਾ ਜੀ ਨੇ ਆਪਣੇ ਪਰਿਵਾਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਮੈਂ ਜਦੋਂ ਮਰਿਆ ਸੀ ਹੈ ਨਾ,
ਤੇ ਮੈਨੂੰ ਉਸ ਟਾਈਮ ਧਰਮਰਾਜ ਦੇ ਦੂਤ ਲੈਣ ਆਏ ਸੀ। ਕਹਿੰਦੇ ਉਹ ਦੂਤਾਂ ਨੇ ਮੈਨੂੰ ਰਸਤੇ 'ਚ ਕੁਛ ਨਹੀਂ ਆਖਿਆ ਹੈਗਾ, ਬੜੇ ਪ੍ਰੇਮ ਦੇ ਨਾਲ ਕਹਿੰਦੇ ਮੈਨੂੰ ਧਰਮਰਾਜ ਦੀ ਕਚਹਿਰੀ ਲੈ ਕੇ ਗਏ। ਜਦ ਗਏ ਤਾਂ ਕਹਿੰਦੇ ਉਸ ਟਾਈਮ ਜਿਹੜੇ ਚਿੱਤਰਗੁਪਤ ਮੁਨੀਮ ਜੋ ਧਰਮਰਾਜ ਦੇ, ਉਹਨਾਂ ਨੇ ਮੇਰਾ ਬਹੀ ਖਾਤਾ ਜਿਹੜਾ ਸੀਗਾ ਉਹ ਖੋਲ੍ਹਿਆ ਤੇ ਉਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਦੱਸਿਆ ਹੈਗਾ ਵੀ ਇਹ ਸ਼ਖਸ ਨੇ ਦੁਨੀਆ ਦੇ ਅੰਦਰ ਚੰਗੇ ਬਹੁਤ ਵਧੀਆ ਕੰਮ ਕੀਤੇ ਆ, ਪਰ ਇਹਦੇ ਵਿੱਚੋਂ ਕੁਛ ਮਾੜੇ ਕੰਮ ਵੀ ਕੀਤੇ ਆ, ਪਰ ਚੰਗੇ ਕਰਮ ਜ਼ਿਆਦਾ ਹੋਣ ਦੇ ਕਰਕੇ ਇਹਨਾਂ ਦੀ ਜਿਹੜੀ ਉਪਮਾ ਹੈਗੀ ਉਹ ਵਾਹਵਾ ਹੋਈ ਆ ਇਸ ਸੰਸਾਰ ਦੇ ਅੰਦਰ, ਤੇ ਮਾੜੇ ਇਹਨਾਂ ਦੇ ਕੁਛ ਕਰਮ ਹੈਗੇ ਆ। ਜਦੋਂ ਕਹਿੰਦੇ ਵੀ ਉਹਨਾਂ ਨੇ ਆਪਸ ਵਿੱਚ ਇਸ ਤਰ੍ਹਾਂ ਦੀ ਗੱਲ ਕੀਤੀ, ਕਹਿੰਦੇ ਮੈਂ ਮੂਹਰੇ ਖੜਾ ਸੀਗਾ ਤੇ ਧਰਮਰਾਜ ਨੇ ਕਹਿੰਦੇ ਮੇਰੇ ਵੱਲ ਦੇਖਿਆ, ਮੈਨੂੰ ਦੇਖ ਕੇ ਕਹਿਣ ਲੱਗਾ ਵੀ ਪੁਰਖਾ ਤੂੰ ਸੰਸਾਰ 'ਚ ਕੰਮ ਵਧੀਆ ਕੀਤੇ ਆ ਪਰਉਪਕਾਰ ਦੇ, ਤੇ ਪਰ ਇਹਦੇ ਨਾਲ ਤੂੰ ਕੁਛ ਮਾੜੇ ਕੰਮ ਵੀ ਕੀਤੇ ਆ। ਹੁਣ ਕਹਿੰਦੇ ਵੀ ਫੈਸਲਾ ਅਸੀਂ ਤੇਰੇ 'ਤੇ ਛੱਡ ਦਿੰਦੇ ਹਾਂ, ਤੂੰ ਇਹ ਦੱਸ ਵੀ ਤੂੰ ਚੰਗੇ ਕਰਮਾਂ ਦਾ ਫਲ ਭੁਗਤਣ ਵਾਸਤੇ ਪਹਿਲਾਂ ਸੁਰਗ 'ਤੇ ਜਾਣਾ ਹੈਗਾ, ਜਾਂ ਕੁਛ ਜਿਹੜੇ ਮਾੜੇ ਕਰਮ ਕੀਤੇ ਉਹਨਾਂ ਦਾ ਫਲ ਭੁਗਤਣ ਵਾਸਤੇ ਤਾਂ ਨਰਕ ਦੇ ਵਿੱਚ ਜਾਣਾ ਹੈਗਾ, ਇਹ ਫੈਸਲਾ ਅਸੀਂ ਤੇਰੇ 'ਤੇ ਛੱਡ ਦਿੰਦੇ ਹਾਂ। ਜਦੋਂ ਕਹਿੰਦੇ ਵੀ ਧਰਮਰਾਜ ਨੇ ਇਸ ਤਰ੍ਹਾਂ ਕਿਹਾ ਤੇ ਉਹ ਸੱਜਣ ਕਹਿਣ ਲੱਗੇ ਵੀ ਦੇਖੋ ਕੀ ਚੰਗੇ ਕਰਮ ਕੀ ਮਾੜੇ ਕਰਮ ਹੈਗੇ ਆ, ਜੋ ਵੀ ਇਹਨਾਂ ਦਾ ਫਲ ਦਾ ਭੁਗਤਾਨ ਹੋਵੇ ਮੈਂ ਕਰਨ ਵਾਸਤੇ ਤਿਆਰ ਹਾਂ, ਪਰ ਮੈਂ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹੁੰਦਾ। ਜਦ ਇੰਨੀ ਗੱਲ ਹੋਈ ਫਿਰ ਧਰਮਰਾਜ ਕਹਿਣ ਲੱਗੇ ਵੀ ਦੱਸ ਤੂੰ ਕੀ ਕਹਿਣਾ ਚਾਹੁੰਦਾ। ਤਾਂ ਫਿਰ ਉਹ ਸੱਜਣ ਕਹਿਣ ਲੱਗੇ ਵੀ ਦਰਅਸਲ ਗੱਲ ਇੱਕ ਹੈਗੀ ਆ ਕਿ ਮੇਰੀ ਇੱਕ ਲੜਕੀ ਹੈਗੀ ਆ ਜਿਹੜੀ ਵਿਆਹੁਣ ਦੇ ਯੋਗ ਹੈ। ਇਹ ਲੜਕੀ ਮੈਂ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਪਾਲੀ ਆ, ਪਰ ਇਹਦਾ ਮੈਂ ਵਿਆਹ ਹੱਥੀਂ ਨਹੀਂ ਕਰ ਸਕਿਆ। ਮੈਂ ਇਹਦੇ ਵਾਸਤੇ ਬਹੁਤ ਸੁਪਨੇ ਜਿਹੜੇ ਆ ਉਹ ਆਪਣੇ ਮਨ 'ਚ ਰੱਖਿਆ ਵੀ ਇਹਦਾ ਮੈਂ ਵਿਆਹ ਜਿਹੜਾ ਵਧੀਆ ਢੰਗ ਦੇ ਨਾਲ ਗੱਜ ਵੱਜ ਕੇ ਕਰਨਾ ਹੈਗਾ। ਅਗਰ ਤੁਸੀਂ ਮੈਨੂੰ 1 ਸਾਲ ਦੀ ਹੋਰ ਮੋਹਲਤ ਦੇ ਦਿਓ ਤੇ ਮੈਂ ਸੰਸਾਰ ਦੇ ਵਿੱਚ ਜਾ ਕੇ ਆਪਣੇ ਘਰ ਜਾ ਕੇ ਆਪਣੀ ਲੜਕੀ ਦੀ ਸ਼ਾਦੀ ਹੱਥੀਂ ਕਰ ਸਕਾਂ। ਅਗਰ ਜੇ ਮੈਂ ਆਪਣੇ ਲੜਕੀ ਦੀ ਸ਼ਾਦੀ ਹੱਥੀਂ ਨਾ ਕੀਤੀ ਤਾਂ ਮੈਨੂੰ ਸਕੂਨ ਨਹੀਂ ਮਿਲਣਾ ਹੈਗਾ, ਮੈਨੂੰ ਟਿਕਾ ਨਹੀਂ ਮਿਲਣਾ ਹੈਗਾ। ਕਹਿੰਦੇ ਵੀ ਜਦੋਂ ਮੈਂ ਇਹ ਗੱਲ ਜਿਹੜੀ ਧਰਮਰਾਜ ਨਾਲ ਕੀਤੀ, ਧਰਮਰਾਜ ਕਹਿੰਦੇ ਮੇਰੀ ਗੱਲ ਸੁਣ ਕੇ ਹੱਸ ਪਿਆ, ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ ਹੈਗਾ, ਤੇਰੀ ਉਮਰ ਵੀ ਪੂਰੀ ਹੋ ਗਈ, ਤੇਰੇ ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ ਆ ਤੇ ਤੂੰ ਹੁਣ ਸੰਸਾਰ ਛੱਡ ਚੁੱਕਾ ਹੈਗਾ, ਤੇਰਾ ਸੰਸਾਰ ਦੇ ਵਿੱਚ ਦੁਬਾਰਾ ਹੁਣ ਕੋਈ ਲੈਣ ਦੇਣ ਨਹੀਂ ਹੋ ਸਕਦਾ ਹੈਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਮੈਂ ਦੁਬਾਰਾ ਬੇਨਤੀ ਕੀਤੀ ਕਿ ਤੁਸੀਂ ਸਮਰੱਥ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋਗੇ। ਪਰ ਉਹ ਧਰਮਰਾਜ ਕਹਿਣ ਲੱਗਾ ਕਿ ਮੈਂ ਤਾਂ ਸਿਰਫ ਇੰਨਾ ਕਰ ਸਕਦਾ ਕਿ ਤੇਰੇ ਕਰਮਾਂ ਦੇ ਹਿਸਾਬ ਕਿਤਾਬ ਦੇ ਨਾਲ ਤੇਰਾ ਜਿਹੜਾ ਲੇਖੇ ਦਾ ਭੁਗਤਾਨ ਉਹ ਤੇਰੇ 'ਤੇ ਮੈਂ ਰੱਖ ਦਿੱਤਾ ਹੈ ਵੀ ਇਹ ਫੈਸਲਾ ਤੇਰੇ 'ਤੇ ਹੈ ਵੀ ਤੂੰ ਪਹਿਲਾਂ ਚੰਗੇ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਸੁਰਗ 'ਚ ਜਾਣਾ ਜਾਂ ਮਾੜੇ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਨਰਕ 'ਚ ਜਾਣਾ ਹੈਗਾ, ਤੇਰੇ 'ਤੇ ਡਿਪੈਂਡ ਹੈ। ਪਰ ਉਹ ਸੱਜਣ ਕਹਿਣ ਲੱਗੇ ਕਿ ਮੈਨੂੰ ਭੁਗਤਾਨ ਕਰਨ ਦਾ ਕੋਈ ਐਡਾ ਨਹੀਂ ਹੈਗਾ, ਮੇਰੇ ਮਨ ਦੇ ਵਿੱਚ ਇਹ ਹੈ ਕਿ ਤੁਸੀਂ ਜੋ ਵੀ ਮੈਨੂੰ ਕਹੋਗੇ, ਚਾਹੇ ਨਰਕਾਂ 'ਚ ਭੇਜ ਦਿਓ ਚਾਹੇ ਸਵਰਗਾਂ 'ਚ ਭੇਜ ਦਿਓ, ਮੈਂ ਹਰੇਕ ਕਾਰਜ ਹਰੇਕ ਤਰ੍ਹਾਂ ਦਾ ਦੰਡ ਭੁਗਤਣ ਵਾਸਤੇ ਤਿਆਰ ਹਾਂ। ਪਰ ਮੇਰੀ ਖਾਸ ਜਿਹੜੀ ਹੈ ਉਹ ਇਹੋ ਹੀ ਹੈ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਆਪਣੇ ਹੱਥੀਂ ਕਰ ਸਕਾਂ। ਕਹਿੰਦੇ ਜਦੋਂ ਮੈਂ ਬਹੁਤ ਅਧੀਨਤਾ ਦੇ ਨਾਲ ਵਾਰ-ਵਾਰ ਬੇਨਤੀ ਕੀਤੀ, ਫਿਰ ਕਹਿੰਦੇ ਉਹ ਜਿਹੜੇ ਧਰਮਰਾਜ ਸੀ ਚੁੱਪ ਕਰ ਗਏ। ਚੁੱਪ ਕਰਕੇ ਮੈਨੂੰ ਕਹਿਣ ਲੱਗੇ ਚੱਲ ਠੀਕ ਆ, ਤੇਰੇ ਕਹਿੰਦੇ ਵਧੀਆ ਕਰਮਾਂ ਨੂੰ ਦੇਖਦੇ ਹੋਏ ਤੇ ਅਸੀਂ ਕਹਿੰਦੇ ਵੀ ਤੈਨੂੰ ਇਸ ਤਰ੍ਹਾਂ ਕਰ ਦਿੰਦੇ ਹਾਂ ਕਿ ਤੈਨੂੰ ਵਾਪਸ ਸੰਸਾਰ 'ਚ ਭੇਜ ਦਿੰਦੇ ਹਾਂ ਤੇ ਇਹਦੇ ਵਿੱਚ ਤੂੰ ਆਪਣੀ ਲੜਕੀ ਦੀ ਸ਼ਾਦੀ ਕਰ ਲਾ। ਪਰ ਕਹਿੰਦੇ ਵੀ ਇਸ ਚੀਜ਼ ਦਾ ਖਿਆਲ ਰੱਖੀ, ਤੇਰੇ ਸਵਾਸ ਪੂਰੇ ਹੋ ਗਏ ਆ, ਇਹ ਸਿਰਫ ਤੈਨੂੰ ਇਸ ਵਾਸਤੇ ਅਸੀਂ ਭੇਜਦੇ ਰਹੇ ਹਾਂ ਕਿ ਤੂੰ ਇਹ ਸ਼ਾਦੀ ਕਰਕੇ ਆਪਣਾ ਕਾਰਜ ਪੂਰਾ ਕਰਕੇ ਤੇ ਜਿੱਦਣ ਤੇਰਾ ਕਾਰਜ ਪੂਰਾ ਹੋ ਗਿਆ ਅਗਲੇ ਦਿਨ ਮੇਰੇ ਦੂਤ ਤੈਨੂੰ ਵਾਪਸ ਜਿਹੜੇ ਆ ਉਹ ਸਾਡੇ ਧਰਮਰਾਜ ਦੀ ਕਚਹਿਰੀ ਭਾਵ ਕਿ ਜਮ ਲੋਕ ਦੇ ਵਿੱਚ ਤੈਨੂੰ ਵਾਪਸ ਲੈ ਕੇ ਆਉਣਗੇ। ਜਦ ਇੰਨੀ ਗੱਲ ਉਹ ਸੱਜਣ ਕਹਿਣ ਲੱਗੇ ਕਿ ਮੈਨੂੰ ਦੁਬਾਰਾ ਆਉਣ ਦਾ ਕੋਈ ਵੀ ਫਿਕਰ ਨਹੀਂ ਹੈਗਾ, ਮੈਂ ਆਉਣ ਵਾਸਤੇ ਤਿਆਰ ਹਾਂ, ਬਸ ਤੁਸੀਂ ਮੇਰਾ ਇੱਕ ਵਾਰੀ ਕਾਰਜ ਕਰ ਦਿਓ ਕਿ ਮੈਂ ਸੰਸਾਰ 'ਚ ਜਾ ਕੇ ਆਪਣੇ ਘਰ ਜਾ ਕੇ ਆਪਣੀ ਲੜਕੀ ਦੀ ਸ਼ਾਦੀ ਹੱਥੀਂ ਕਰ ਸਕਾਂ। ਤੇ ਫਿਰ ਉਹ ਧਰਮਰਾਜ ਕਹਿਣ ਲੱਗੇ ਚੱਲ ਠੀਕ ਆ, ਤੈਨੂੰ ਅਸੀਂ ਕੁਛ ਸਮਾਂ ਦਿੰਦੇ ਹਾਂ, ਪਰ ਤੇਰੇ ਵਾਸਤੇ ਇਹ ਹਦਾਇਤ ਹੈ ਜਿੱਦਣ ਤੂੰ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ ਅਗਲੇ ਦਿਨ ਹੀ ਤੇਰੀ ਮੌਤ ਹੋ ਜਾਊਗੀ, ਮੇਰੇ ਦੂਤ ਤੇਰੇ ਪਾਸ ਹੋਣਗੇ ਤੇ ਤੈਨੂੰ ਵਾਪਸ ਮੇਰੇ ਪਾਸ ਹਾਜ਼ਰ ਕਰ ਦੇਣਗੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਵੀ ਮੈਂ ਕਿਹਾ ਵੀ ਸ਼ੁਕਰ ਆ ਤੇਰਾ ਹਾਂਜੀ ਕਿ ਤੁਸੀਂ ਐਡਾ ਵੱਡਾ ਫੈਸਲਾ ਲਿਆ ਹੈਗਾ ਮੇਰੇ 'ਤੇ ਤਰਸ ਕਰਕੇ। ਖੈਰ ਕਹਿੰਦੇ ਉਹ ਤੋਂ ਬਾਅਦ ਧਰਮਰਾਜ ਨੇ ਕਹਿੰਦੇ ਵੀ ਮੈਨੂੰ ਇੱਕ ਧੱਕਾ ਜਿਹਾ ਮਾਰਿਆ ਤੇ ਜਦ ਧੱਕਾ ਮਾਰਿਆ ਤਾਂ ਉਸ ਟਾਈਮ 'ਤੇ ਸੱਜਣ ਕਹਿੰਦੇ ਸੀ ਮੇਰੇ ਸਰੀਰ ਦੇ ਵਿੱਚ ਦੁਬਾਰਾ ਰੂਹ ਪ੍ਰਵੇਸ਼ ਹੋ ਗਈ ਸੀ। ਪਰ ਉਸ ਟਾਈਮ ਕਿਉਂਕਿ ਇਹ ਜਿਹੜੇ ਚਾਚਾ ਜੀ ਜਿਹਨਾਂ ਲੋਕੀ ਕਹਿੰਦੇ ਹੁੰਦੇ ਸੀ ਇਹ ਸ਼ਮਸ਼ਾਨ ਘਾਟ ਪਹੁੰਚੇ ਹੋਏ ਸੀਗੇ ਤੇ ਇਹਨਾਂ ਦੀ ਜਿਹੜੇ ਉਹ ਪਾਣੀ ਦੀ ਕਿਰਿਆ ਸੀ ਘੜਾ ਭੰਨਣ ਦੀ ਉਹ ਇਹਨਾਂ ਦਾ ਲੜਕਾ ਕਰ ਰਿਹਾ ਸੀਗਾ, ਪਰ ਜਿਸ ਟਾਈਮ ਇਹਨਾਂ ਦੀ ਰੂਹ ਜਿਹੜੀ ਸੀ ਉਹਦੇ ਸਰੀਰ ਦੇ ਵਿੱਚ ਦੁਬਾਰਾ ਪ੍ਰਵੇਸ਼ ਕਰ ਗਈ ਸੀ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਪਰਿਵਾਰ ਨੂੰ ਇਹ ਦੱਸਿਆ ਸੀਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਵਧੀਆ ਕਾਰਜ ਜਿਹੜਾ ਹੈਗਾ ਉਹ ਮਿਲ ਜਾਵੇ ਤਾਂ ਆਪਾਂ ਇਸ ਦੀ ਸ਼ਾਦੀ ਕਰ ਦਈਏ ਤੇ ਮੈਂ ਸੁਰਖਰੂ ਹੋ ਜਾਵਾਂ। ਪਰ ਇਹਦੇ ਵਿੱਚ ਤੁਸੀਂ ਇਹ ਨਹੀਂ ਘਬਰਾਉਣਾ, ਜਿਵੇਂ ਧਰਮਰਾਜ ਨੇ ਮੈਨੂੰ ਕਿਹਾ ਹੈਗਾ ਕਿ ਜਦੋਂ ਲੜਕੀ ਦੀ ਸ਼ਾਦੀ ਹੋਏ ਉਸ ਤੋਂ ਬਾਅਦ ਮੇਰੇ ਦੂਤ ਆਉਣਗੇ ਤੈਨੂੰ ਵਾਪਸ ਲੈ ਜਾਣਗੇ, ਕਿਉਂਕਿ ਜੰਮਣ ਮਰਨਾ ਉਹਦੇ ਹੁਕਮ ਦੇ ਵਿੱਚ ਹੈਗਾ ਤੇ ਇਸ ਕਰਕੇ ਜਿੰਨੀ ਵੀ ਜਲਦੀ ਹੋ ਸਕੇ ਆਪਣਾ ਵਧੀਆ ਕਰਜ਼ੇ ਦਾ ਵਿਆਹ ਕਰ ਦਈਏ। ਸੋ ਜਿਹੜੇ ਕਰਦੇ ਸੀਗੇ ਉਹ ਪਰੇਸ਼ਾਨ ਵੀ ਹੋਏ ਤੇ ਪਰ ਉਹਦਾ ਦੁਬਾਰਾ ਜੋ ਧਰਮਰਾਜ ਨੇ ਆਦੇਸ਼ ਦਿੱਤਾ ਉਹਨੂੰ ਸੁਣ ਕੇ ਜਿਹੜੇ ਸੀ ਮਨ ਹੀ ਮਨ ਘਬਰਾ ਵੀ ਬਹੁਤ ਗਏ। ਖੈਰ ਦੱਸਦੇ ਆ ਕਿ
ਫਿਰ ਇਸ ਲੜਕੀ ਵਾਸਤੇ ਜਦ ਲੜਕਾ ਖੋਜਿਆ ਗਿਆ 3-4 ਮਹੀਨੇ ਬਾਅਦ ਇੱਕ ਵਧੀਆ ਪਰਿਵਾਰ ਦੇ ਵਿੱਚ ਇਸ ਦੀ ਜਿਹੜੀ ਲੜਕੀ ਦੀ ਸ਼ਾਦੀ ਸੀਗੀ ਉਹ ਹੋ ਗਈ। ਜਦ ਸ਼ਾਦੀ ਹੋਈ, ਸ਼ਾਦੀ ਫਿਰ ਦੱਸਦੇ ਆ ਕਿ ਇਹਨਾਂ ਨੇ ਬੜੇ ਧੂਮ ਧੜੱਕੇ ਦੇ ਨਾਲ ਕੀਤੀ, ਬਹੁਤ ਸਾਰੇ ਰਿਸ਼ਤੇਦਾਰ ਬੁਲਾਏ ਗਏ, ਵਧੀਆ ਢੰਗ ਨਾਲ ਸ਼ਾਦੀ ਹੋਈ। ਪਰ ਜਦੋਂ ਲੜਕੀ ਜਿਹੜੀ ਸੀ ਵਿਦਾ ਹੋਈ ਤਾਂ ਸਾਰਿਆਂ ਦੇ ਮਨ ਦੇ ਵਿੱਚ ਸੀਗਾ ਕਿ ਇਹ ਜਿਹੜੀ ਘਟਨਾ ਹੈਗੀ ਆ ਇਹ ਜ਼ਰੂਰ ਹੋ ਕੇ ਰਹੇਗੀ, ਕਿਉਂਕਿ ਧਰਮਰਾਜ ਨੇ ਇਹਨਾਂ ਨੂੰ ਆਦੇਸ਼ ਦਿੱਤਾ ਵੀ ਜਿੱਦਣ ਲੜਕੇ ਦੀ ਸ਼ਾਦੀ ਹੋਊਗੀ ਅਗਲੇ ਦਿਨ ਅਸੀਂ ਤੁਹਾਨੂੰ ਵਾਪਸ ਜਿਹੜਾ ਹੈਗਾ ਉਹ ਇੱਥੇ ਜਮ ਲੋਕ ਦੇ ਵਿੱਚ ਬੁਲਾ ਲਵਾਂਗੇ। ਕਹਿੰਦੇ ਉਹੀ ਗੱਲ ਹੋਈ ਆ। ਜਦ ਲੜਕੇ ਦੀ ਸ਼ਾਦੀ ਹੋਈ ਅਗਲੇ ਦਿਨ ਫਿਰ ਇਹੀ ਚਾਚਾ ਜਿਹੜੇ ਸੀਗੇ ਇਹ ਜਦ ਸਵੇਰਾ ਦਿਨ ਚੜ੍ਹਿਆ ਸੀਗਾ ਅਤੇ ਇਹਨਾਂ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ, ਡੈਥ ਹੋ ਗਈ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਦੁਨੀਆ ਦੇ ਵਿੱਚ ਕਈ ਐਸੇ ਚਮਤਕਾਰ ਰਹੱਸ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਆਮ ਆਦਮੀ ਚਕਰਿਤ ਰਹਿ ਜਾਂਦਾ ਹੈਗਾ, ਲੇਕਿਨ ਫਿਰ ਵੀ ਰੱਬ ਦੇ ਪਿਆਰੇ ਜਿਵੇਂ ਧਰਮਰਾਜ ਹੈਗੇ ਆ ਉਹਨਾਂ ਦੇ ਅੰਦਰ ਇਹੋ ਜਿਹੀ ਸੱਤਿਆ ਪਰਮੇਸ਼ਰ ਨੇ ਦਿੱਤੀ ਆ ਕਿ ਜੋ ਚਾਹੁਣ ਤਾਂ ਆਪਣੀ ਕਮਾਈ ਦੇ ਵਿੱਚੋਂ ਕਿਸੇ ਨੂੰ ਵਾਪਸ ਵੀ ਭੇਜ ਸਕਦੇ ਆ, ਚਾਹੇ ਉਹਨਾਂ ਦੀ ਸਵਾਸਾਂ ਰੂਪੀ ਪੂੰਜੀ ਖਤਮ ਕਿਉਂ ਨਾ ਹੋ ਜਾਵੇ। ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਪ੍ਰਭ ਭਾਵੇ ਵਿਨ ਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਖੇ। ਜੇ ਵਾਹਿਗੁਰੂ ਚਾਹੇ ਤਾਂ ਸਵਾਸ ਮੁੱਕੇ ਵੀ ਹੋਣ ਤਾਂ ਵੀ ਉਹਨਾਂ ਦੀ ਰੱਖਿਆ ਕਰ ਲੈਂਦੇ, ਤਾਂ ਵੀ ਉਹਨਾਂ ਨੂੰ ਭੇਜ ਸਕਦੇ ਆ। ਇਹ ਸਾਰਾ ਕੁਛ ਉਸ ਪ੍ਰਾਣੀ ਦੇ ਪ੍ਰਤੀ ਹੈ ਜਿਹਨੇ ਸੰਸਾਰ ਦੇ ਵਿੱਚ ਵਧੀਆ ਕਾਰਜ ਕੀਤੇ ਆ। ਸੋ ਉਹਨਾਂ ਦੇ ਕਾਰਜਾਂ ਨੂੰ ਦੇਖਦਿਆਂ ਹੋਇਆਂ ਫਿਰ ਜਿਹੜਾ ਧਰਮਰਾਜ ਵਾ ਉਹਦੇ ਅੰਦਰ ਵੀ ਵਾਹਿਗੁਰੂ ਇਹ ਸਮਝ ਪਾ ਦਿੰਦਾ ਹੈਗਾ ਵੀ ਇਹਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਿ ਇਹਨਾਂ ਨੇ ਸੰਸਾਰ ਦੇ ਵਿੱਚ ਸੱਚ ਦੇ ਮਾਰਗ ਦੇ ਚੱਲਦਿਆਂ ਸੰਸਾਰ ਦੀ ਭਲਾਈ ਦੇ ਵਾਸਤੇ ਵਧੀਆ ਕਾਰਜ ਕੀਤੇ ਆ। ਇਸ ਕਰਕੇ ਇਹਨਾਂ ਦੀ ਖੁਸ਼ੀ ਦੇ ਵਾਸਤੇ ਇਹਨਾਂ ਨੂੰ ਫਿਰ ਜਿਹੜਾ ਇੱਕ ਮੌਕਾ ਦਿੱਤਾ ਜਾਂਦਾ ਹੈਗਾ, ਲੇਕਿਨ ਇਹ ਮੌਕਾ ਜਿਹੜਾ ਸੀਮਤ ਹੁੰਦਾ ਹੈ, ਕਿਉਂਕਿ ਜਿਸ ਕਾਰਜ ਨੂੰ ਉਹਨਾਂ ਨੇ ਕਰਨਾ ਹੁੰਦਾ, ਜਿਵੇਂ ਇਹਨਾਂ ਨੇ ਕੀਤਾ ਆਪਣੀ ਲੜਕੀ ਦੀ ਸ਼ਾਦੀ, ਇਸ ਕਾਰਜ ਹੋਣ ਤੋਂ ਬਾਅਦ ਹੀ ਫਿਰ ਦੁਬਾਰਾ ਇਹਨਾਂ ਨੂੰ ਧਰਮਰਾਜ ਨੇ ਕਿਵੇਂ ਆਪਣੇ ਪਾਸ ਵਾਪਸ ਬੁਲਾ ਲਿਆ ਸੀਗਾ। ਬੜਾ ਅਦਭੁਤ ਇਹ ਸਾਰਾ ਜੋ ਪ੍ਰਸੰਗ ਹੈਗਾ ਇਹ ਸਾਡੇ ਵਾਸਤੇ ਇੱਕ ਨਸੀਹਤ ਹੈਗੀ ਆ ਕਿ ਭਾਈ ਸੰਸਾਰ ਦੇ ਵਿੱਚ ਆਈਏ, ਵਧੀਆ ਕਾਰਜ ਕਰੀਏ। ਸੋ ਇਹੋ ਜਿਹੇ ਬਾਲ ਕਾਰਜ ਕਰੀਏ ਜਿਸ ਦੇ ਕਰਨ ਦੇ ਨਾਲ ਜਿਵੇਂ ਗੁਰਬਾਣੀ ਦੇ ਫਰਮਾਨ ਹੈਗੇ ਆ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਰਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਮੌਤ ਜਿਹੜੀ ਹੈਗੀ ਆ ਉਹ ਆਨੰਦਮਈ ਇੱਕ ਵਿਅਹਤਾ ਜੀਵਨ ਦਾ ਭਾਗ ਲੱਗੇ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।